कमल सर के ज्योग्राफी के फंडे अब कभी नहीं आएंगे अंडे। प्यारे विद्यार्थियों, ਅੱਜ ਅਸੀਂ ਕਲਾਸ +2 ਵਿਸ਼ਾ ਭੂਗੋਲ ਪਾਠ ਨੰਬਰ 4 ਆਰਥਿਕ ਭੂਗੋਲ ਖੇਤੀਬਾੜੀ ਦੇ ਮੌਲਿਕ ਖੇਤਰ ਦੀਆਂ ਕਿਰਿਆਵਾਂ ਵੈਰੀ ਸ਼ਾਰਟ ਆਨਸਰ ਕੁਐਸਚਨ ਕਰਨ ਜਾ ਰਹੇ ਹਾਂ। ਪਹਿਲਾ ਪ੍ਰਸ਼ਨ ਹੈ, ਮਾਨਵ ਦੀਆਂ ਆਰਥਿਕ ਕਿਰਿਆਵਾਂ ਤੋਂ ਕੀ ਭਾਵ ਹੈ? ਉੱਤਰ, ਮਾਨਵ ਦੀਆਂ ਉਹ ਕਿਰਿਆਵਾਂ ਜਿਨ੍ਹਾਂ ਤੋਂ ਆਮਦਨ ਪ੍ਰਾਪਤ ਹੁੰਦੀ ਹੈ। ਅਗਲਾ ਪ੍ਰਸ਼ਨ, ਮੌਲਿਕ ਜਾਂ ਪਹਿਲੇ ਦਰਜੇ ਦੀਆਂ ਕਿਰਿਆਵਾਂ ਮੁੱਖ ਰੂਪ ਵਿੱਚ ਕਿਸ ਤੇ ਨਿਰਭਰ ਕਰਦੀਆਂ ਹਨ? ਉੱਤਰ, ਵਾਤਾਵਰਣ ਤੇ ਨਿਰਭਰ ਕਰਦੀਆਂ ਹਨ। ਅਗਲਾ ਪ੍ਰਸ਼ਨ, ਮੌਲਿਕ ਜਾਂ ਪਹਿਲੇ ਦਰਜੇ ਦੀਆਂ ਮੁੱਖ ਕਿਰਿਆਵਾਂ ਕਿਹੜੀਆਂ ਹਨ? ਉੱਤਰ, ਇਕੱਤਰਣ ਗੈਦਰਿੰਗ, ਸ਼ਿਕਾਰ, ਚਰਾਗਾਹਾਂ, ਪਸ਼ੂ ਪਾਲਨ, ਮੱਛਲੀਆਂ ਪਕੜਨਾ, ਖੇਤੀਬਾੜੀ, ਵਣ ਕਿਰਿਆਵਾਂ, ਖਾਣਾਂ ਦੀ ਖੁਦਾਈ ਆਦਿ ਮੌਲਿਕ ਕਿਰਿਆਵਾਂ ਹਨ। ਅਗਲਾ ਪ੍ਰਸ਼ਨ, ਗੌਣ ਸੈਕੰਡਰੀ ਜਾਂ ਦੂਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਮੁੱਖ ਰੂਪ ਵਿੱਚ ਕਿਸ ਤੇ ਨਿਰਭਰ ਕਰਦੀਆਂ ਹਨ? ਉੱਤਰ, ਗੌਣ ਆਰਥਿਕ ਕਿਰਿਆਵਾਂ ਵੀ ਵਾਤਾਵਰਣ ਤੇ ਨਿਰਭਰ ਕਰਦੀਆਂ ਹਨ। ਅਗਲਾ ਪ੍ਰਸ਼ਨ, ਗੌਣ ਜਾਂ ਦੂਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਵਿੱਚ ਕੀ ਕੀਤਾ ਜਾਂਦਾ ਹੈ? ਉੱਤਰ, ਗੌਣ ਜਾਂ ਦੂਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਵਿੱਚ ਰਾਹੀਂ ਉਤਪਾਦਿਤ ਕੱਚੇ ਮਾਲ ਨੂੰ ਤਿਆਰ ਮਾਲ ਦਾ ਰੂਪ ਦਿੱਤਾ ਜਾਂਦਾ ਹੈ। ਅਗਲਾ ਪ੍ਰਸ਼ਨ, ਤੀਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਵਿੱਚ ਕੀ ਕੀਤਾ ਜਾਂਦਾ ਹੈ? ਉੱਤਰ, ਤੀਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਮੁੱਖ ਰੂਪ ਵਿੱਚ ਸੇਵਾਵਾਂ ਨਾਲ ਸੰਬੰਧਿਤ ਕਿਰਿਆਵਾਂ ਹੁੰਦੀਆਂ ਹਨ। ਅਗਲਾ ਪ੍ਰਸ਼ਨ, ਚੌਥੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਵਿੱਚ ਕੀ ਸ਼ਾਮਿਲ ਕੀਤਾ ਜਾਂਦਾ ਹੈ? ਉੱਤਰ, ਚੌਥੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਵਿੱਚ ਅਸਿੱਧੀਆਂ ਸੇਵਾਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਅਗਲਾ ਪ੍ਰਸ਼ਨ, ਪੰਜਵੇਂ ਦਰਜੇ ਦੀਆਂ ਆਰਥਿਕ ਕਿਰਿਆਵਾਂ ਵਿੱਚ ਕੀ ਸ਼ਾਮਿਲ ਕੀਤਾ ਜਾਂਦਾ ਹੈ? ਉੱਤਰ, ਪੰਜਵੇਂ ਦਰਜੇ ਦੀਆਂ ਆਰਥਿਕ ਕਿਰਿਆਵਾਂ ਵਿੱਚ ਵਿਸ਼ਿਸ਼ਟ ਸੇਵਾਵਾਂ ਅਰਥਾਤ ਸਰਵੋੱਚ ਅਧਿਕਾਰੀਆਂ ਦੀਆਂ ਸੇਵਾਵਾਂ ਨੂੰ ਸ਼ਾਮਿਲ ਕੀਤਾ ਹੈ। ਅਗਲਾ ਪ੍ਰਸ਼ਨ, ਖਾਣਾ ਬਦੋਸ਼ਾਂ ਦਾ ਮੁੱਖ ਧੰਦਾ ਕਿਹੜਾ ਹੈ? ਉੱਤਰ, ਪਸ਼ੂ ਪਾਲਣ। ਅਗਲਾ ਪ੍ਰਸ਼ਨ, ਗੱਦੀ ਚਰਵਾਹੇ ਮੁੱਖ ਰੂਪ ਵਿੱਚ ਕਿਹੜੇ ਖੇਤਰਾਂ ਵਿੱਚ ਮਿਲਦੇ ਹਨ? ਉੱਤਰ, ਹਿਮਾਚਲ ਪ੍ਰਦੇਸ਼। ਬੱਕਰਵਾਲ ਚਰਵਾਹੇ ਮੁੱਖ ਰੂਪ ਵਿੱਚ ਕਿਹੜੇ ਖੇਤਰਾਂ ਵਿੱਚ ਮਿਲਦੇ ਹਨ? ਆਪਸ਼ਨ ਨੇ, MCQ ਪ੍ਰਸ਼ਨ ਹੈ, ਖਿਨੌਰ, ਗੜਵਾਲ, ਕਸ਼ਮੀਰ ਜਾਂ ਕਮਾਊਂ। ਉੱਤਰ ਹੈ ਕਸ਼ਮੀਰ। ਅਗਲਾ ਪ੍ਰਸ਼ਨ, ਜੈਵਿਕ ਖੇਤੀ ਕਿਸ ਕਿਸਮ ਦੀ ਖੇਤੀਬਾੜੀ ਨੂੰ ਕਿਹਾ ਜਾਂਦਾ ਹੈ? ਉੱਤਰ, ਮਿੱਟੀਆਂ ਨੂੰ ਨੁਕਸਾਨ ਪਹੁੰਚਾਏ ਬਗੈਰ ਕੀਤੀ ਜਾਣ ਵਾਲੀ ਖੇਤੀ ਨੂੰ ਜੈਵਿਕ ਖੇਤੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਹਰੀ ਕ੍ਰਾਂਤੀ ਭਾਰਤ ਦੇ ਕਿਹੜੇ ਰਾਜਾਂ ਵਿੱਚ ਸਭ ਤੋਂ ਪਹਿਲਾਂ ਆਈ? ਉੱਤਰ ਹੈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼। ਨੀਲੀ ਕ੍ਰਾਂਤੀ ਤੋਂ ਕੀ ਭਾਵ ਹੈ? ਉੱਤਰ, ਮਛਲੀ ਉਤਪਾਦਨ ਵਧਾਉਣਾ ਹੈ। ਅਗਲਾ ਪ੍ਰਸ਼ਨ, ਭਾਰਤ ਦੇ ਸਮੂਹ ਘਰੇਲੂ ਉਤਪਾਦ ਵਿੱਚ ਖੇਤੀ ਉਪਜਾਂ ਦਾ ਕਿੰਨਾ ਯੋਗਦਾਨ ਹੈ? ਉੱਤਰ ਹੈ ਲਗਭਗ 17%। ਹੇਠ ਲਿਖੀਆਂ ਫਸਲਾਂ ਵਿੱਚੋਂ ਕਿਹੜੀ ਫਸਲ ਖਾਦ ਅੰਨ ਨਹੀਂ ਹੈ? ਆਪਸ਼ਨ ਨੇ, ਕਣਕ, ਚਾਵਲ, ਮੱਕੀ ਜਾਂ ਮੂੰਗਫਲੀ। ਉੱਤਰ ਹੈ ਮੂੰਗਫਲੀ। ਕਪੜਾ ਆਮ ਤੌਰ ਤੇ ਕਿਹੜੀਆਂ ਫਸਲਾਂ ਤੋਂ ਤਿਆਰ ਕੀਤਾ ਜਾਂਦਾ ਹੈ? ਉੱਤਰ ਹੈ ਰੇਸ਼ੇ ਵਾਲੀਆਂ ਫਸਲਾਂ ਤੋਂ। ਅਗਲਾ ਪ੍ਰਸ਼ਨ, ਮੁੱਖ ਪੀਣ ਵਾਲੀਆਂ ਫਸਲਾਂ ਕਿਹੜੀਆਂ ਹਨ? ਉੱਤਰ, ਚਾਹ ਅਤੇ ਕੌਫੀ। ਅਗਲਾ ਪ੍ਰਸ਼ਨ, ਕਣਕ ਦੀ ਫਸਲ ਲਈ ਕਿਹੋ ਜਿਹੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ? ਉੱਤਰ, ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 3 ਮਹੀਨੇ ਪਾਲਾ ਰਹਿਤ। ਕਣਕ ਦੀ ਫਸਲ ਲਈ ਔਸਤ ਵਰਖਾ ਕਿੰਨੀ ਹੋਣੀ ਚਾਹੀਦੀ ਹੈ? ਉੱਤਰ, ਔਸਤ ਵਰਖਾ 60 ਤੋਂ 75 ਸੈਂਟੀਮੀਟਰ। ਅਗਲਾ ਪ੍ਰਸ਼ਨ, ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਰਾਜ ਕਿਹੜਾ ਹੈ? ਉੱਤਰ ਹੈ ਉੱਤਰ ਪ੍ਰਦੇਸ਼। ਰਾਵੀ, ਹਾੜੀ ਦੀਆਂ ਕੋਈ ਦੋ ਫਸਲਾਂ ਦੇ ਨਾਮ ਲਿਖੋ। ਉੱਤਰ ਹੈ ਕਣਕ ਅਤੇ ਸਰਸੋਂ। ਅਗਲਾ ਪ੍ਰਸ਼ਨ, ਸੰਸਾਰ ਦੀ ਮੁੱਖ ਖੁਰਾਕੀ ਫਸਲ ਕਿਹੜੀ ਹੈ? ਉੱਤਰ ਹੈ ਕਣਕ। ਚਾਵਲ ਦੀ ਖੇਤੀ ਕਿਹੜੇ ਖੇਤਰਾਂ ਵਿੱਚ ਹੁੰਦੀ ਹੈ? ਉੱਤਰ, ਮਾਨਸੂਨ ਕਿਸਮ ਦੀ ਜਲਵਾਯੂ ਵਾਲੇ ਖੇਤਰਾਂ ਵਿੱਚ। ਅਗਲਾ ਪ੍ਰਸ਼ਨ, ਚਾਵਲ ਕਿਹੜੇ ਖੇਤਰਾਂ ਦਾ ਪੌਦਾ ਹੈ? ਉੱਤਰ, ਚਾਵਲ ਗਰਮ ਅਤੇ ਤਰ ਜਲਵਾਯੂ ਵਾਲੇ ਖੇਤਰਾਂ ਦਾ ਪੌਦਾ ਹੈ। ਚਾਵਲ ਦੀ ਫਸਲ ਲਈ ਕਿਹੋ ਜਿਹੇ ਧਰਾਤਲ ਦੀ ਜ਼ਰੂਰਤ ਹੁੰਦੀ ਹੈ? ਸਮਤਲ ਅਤੇ ਪੱਧਰੀ ਧਰਾਤਲ ਦੀ ਜ਼ਰੂਰਤ ਹੁੰਦੀ ਹੈ। ਅਗਲਾ ਪ੍ਰਸ਼ਨ, ਚਾਵਲ ਦੀ ਫਸਲ ਲਈ ਕਿਹੋ ਜਿਹੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ? ਉੱਤਰ, ਚੀਕਣੀ ਮਿੱਟੀ ਜਾਂ ਦੋਮਟ ਮਿੱਟੀ। ਅਗਲਾ ਪ੍ਰਸ਼ਨ, ਪੱਛਮੀ ਬੰਗਾਲ ਦੀਆਂ ਚਾਵਲ ਦੀਆਂ 3 ਫਸਲਾਂ ਦੇ ਨਾਮ ਲਿਖੋ। ਓਸ, ਅਮਨ ਅਤੇ ਬੋਰੋ। ਭਾਰਤ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਰਾਜ ਕਿਹੜਾ ਹੈ? ਪੱਛਮੀ ਬੰਗਾਲ। ਚਾਵਲਾਂ ਦਾ ਪ੍ਰਤੀ ਹੈਕਟੇਅਰ ਝਾੜ ਸਭ ਤੋਂ ਵੱਧ ਕਿਸ ਰਾਜ ਵਿੱਚ ਹੈ? ਉੱਤਰ ਹੈ ਪੰਜਾਬ, ਜਿਸ ਵਿੱਚ ਲਗਭਗ 3952 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਪੈਦਾਵਾਰ ਹੈ। ਅਗਲਾ ਪ੍ਰਸ਼ਨ, ਕਣਕ ਅਤੇ ਚਾਵਲਾਂ ਦੀ ਖੇਤੀਬਾੜੀ ਲਈ ਕਿਹੜੀਆਂ ਮਿੱਟੀਆਂ ਬਹੁਤ ਉਪਯੋਗੀ ਹਨ? ਉੱਤਰ, ਦੋਮਟ ਅਤੇ ਹਲਕੀ ਚੀਕਣੀ ਮਿੱਟੀਆਂ। ਅਗਲਾ ਪ੍ਰਸ਼ਨ, ਕੋਈ ਦੋ ਮੁੱਖ ਖਾਦ ਅਨਾਜਾਂ ਦੇ ਨਾਮ ਲਿਖੋ। ਉੱਤਰ, ਕਣਕ ਅਤੇ ਚਾਵਲ। ਅਗਲਾ ਪ੍ਰਸ਼ਨ,
ਕੋਈ ਦੋ ਮੁੱਖ ਮੋਟੇ ਅਨਾਜਾਂ ਦੇ ਨਾਮ ਲਿਖੋ। ਉੱਤਰ ਜਵਾਰ ਅਤੇ ਬਾਜਰਾ। ਅਗਲਾ ਪ੍ਰਸ਼ਨ, ਕਿਹੜੇ ਤਿੰਨ ਰਾਜ ਭਾਰਤ ਦੇ ਅੰਨ ਭੰਡਾਰ ਹਨ? ਉੱਤਰ ਹੈ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ। ਅਗਲਾ ਪ੍ਰਸ਼ਨ, ਖਰੀਫ ਜਾਂ ਸਾਉਣੀ ਦੀਆਂ ਕੋਈ ਦੋ ਮੁੱਖ ਫਸਲਾਂ ਦੇ ਨਾਮ ਲਿਖੋ। ਚਾਵਲ ਅਤੇ ਪਟਸਨ। ਚਾਹ ਕਿਸ ਦੇਸ਼ ਦਾ ਮੂਲ ਨਿਵਾਸੀ ਪੌਦਾ ਹੈ? ਉੱਤਰ ਹੈ ਜੀ ਚੀਨ। ਅਗਲਾ ਪ੍ਰਸ਼ਨ, ਮੁੱਖ ਰੂਪ ਵਿੱਚ ਚਾਹ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਉੱਤਰ ਹੈ ਜੀ 6 ਕਿਸਮਾਂ। ਕਾਲੀ, ਹਰੀ, ਉਲੌਂਗ, ਵਰਿਕ, ਪੀਲੀ, ਸਫੇਦ। ਚਾਹ ਦੀ ਫਸਲ ਲਈ ਕਿਹੋ ਜਿਹੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ? 21 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਤੱਕ। ਪਾਲਾ ਬਹੁਤ ਜ਼ਿਆਦਾ ਹਾਨੀਕਾਰਕ ਹੈ। ਚਾਹ ਦੀ ਖੇਤੀ ਲਈ ਕਿੰਨੀ ਵਰਖਾ ਦੀ ਜ਼ਰੂਰਤ ਪੈਂਦੀ ਹੈ? 150 ਸੈਂਟੀਮੀਟਰ ਤੋਂ 250 ਸੈਂਟੀਮੀਟਰ ਸਾਲਾਨਾ। ਅਗਲਾ ਪ੍ਰਸ਼ਨ, ਚਾਹ ਦੀ ਖੇਤੀ ਲਈ ਕਿਹੋ ਜਿਹੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ? ਡੂੰਘੀ ਅਤੇ ਉਪਜਾਊ, ਹਲਕੀ ਨਰਮ, ਕੁਦਰਤੀ ਦੋਮਟ ਮਿੱਟੀ। ਅਗਲਾ ਪ੍ਰਸ਼ਨ, ਭਾਰਤ ਦਾ ਸਭ ਤੋਂ ਵੱਡਾ ਚਾਹ ਉਤਪਾਦਕ ਰਾਜ ਕਿਹੜਾ ਹੈ? ਉੱਤਰ ਅਸਾਮ। ਚਾਹ ਦੀ ਖੇਤੀ ਲਈ ਧਰਾਤਲ ਕਿਹੋ ਜਿਹਾ ਹੋਣਾ ਚਾਹੀਦਾ ਹੈ? ਢਲਾਨਦਾਰ। ਆਹ ਦੇਖੋ ਢਲਾਨ ਬਣਾਈਏ ਬੇਟਾ ਜੀ। ਵਰਖਾ ਚਾਹੀਦੀ ਹੈ ਪਰ ਪਾਣੀ ਪੌਦੇ ਦੀ ਜੜ੍ਹਾਂ ਵਿੱਚ ਨਾ ਖੜਾ ਹੋਵੇ, ਇਸ ਕਰਕੇ ਢਲਾਨਦਾਰ ਚਾਹੀਦੀ ਹੈ। ਹਿਮਾਚਲ ਪ੍ਰਦੇਸ਼ ਦੀ ਕਿਹੜੀ ਘਾਟੀ ਚਾਹ ਦੇ ਉਤਪਾਦਨ ਲਈ ਪ੍ਰਸਿੱਧ ਹੈ? ਕਾਂਗੜਾ ਦੀ ਘਾਟੀ। ਚਾਹ ਦੇ ਵਿਅਰਥ ਤੋਂ ਕੀ ਤਿਆਰ ਕੀਤਾ ਜਾਂਦਾ ਹੈ? ਉੱਤਰ ਹੈ ਕੈਫੀਨ। ਅਗਲਾ ਪ੍ਰਸ਼ਨ, ਕੌਫੀ ਕਿੰਨੇ ਕਿਸਮ ਦੀ ਹੁੰਦੀ ਹੈ? 3 ਕਿਸਮ। ਕੌਫੀ ਅਰੇਬਿਕਾ, ਰੋਬਸਟਾ, ਲਾਇਬੇਰਿਕਾ। ਅਗਲਾ ਪ੍ਰਸ਼ਨ, ਕੌਫੀ ਦੀ ਫਸਲ ਲਈ ਕਿਹੋ ਜਿਹੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ? 21 ਡਿਗਰੀ ਸੈਲਸੀਅਸ ਤੋਂ 27 ਡਿਗਰੀ ਸੈਲਸੀਅਸ ਤੱਕ। ਤੇ ਧਰਾਤਲ ਕਿਹੋ ਚਾਹੀਦਾ ਹੈ? ਕੌਫੀ ਦੇ ਪੌਦੇ ਲਈ ਵਧੀਆ ਜਲ ਨਿਕਾਸੀ ਵਾਲਾ ਧਰਾਤਲ ਜ਼ਿਆਦਾ ਢੁੱਕ ਪਾਉਂਦਾ ਹੈ, ਢਲਾਨਦਾਰ। ਭਾਰਤ ਦਾ ਸਭ ਤੋਂ ਵੱਡਾ ਕੌਫੀ ਉਤਪਾਦਕ ਰਾਜ ਕਿਹੜਾ ਹੈ? ਬੱਚੋ ਕਰਨਾਟਕ ਹੈ। ਕਰਨਾਟਕ ਦਾ ਖੇਤਰ ਹੈ ਚਿਕਮੈਂਗਲੂਰ। ਅਗਲਾ ਪ੍ਰਸ਼ਨ, ਕੌਫੀ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਕਿਹੜਾ ਹੈ ਤੇ ਭਾਰਤ ਦਾ ਕਿੰਨਵਾਂ ਨੰਬਰ ਹੈ? ਬ੍ਰਾਜ਼ੀਲ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ 6ਵੇਂ ਨੰਬਰ ਤੇ ਆਉਂਦਾ ਹੈ। 4.05% ਸੰਸਾਰ ਦੀ ਕੌਫੀ ਭਾਰਤ ਪੈਦਾ ਕਰਦਾ ਹੈ। ਅਗਲਾ ਪ੍ਰਸ਼ਨ, ਕਿਹੜੀ ਫਸਲਾਂ ਨੂੰ ਸੁਨਹਿਰੀ ਫਸਲ ਕਿਹਾ ਜਾਂਦਾ ਹੈ? ਪਟਸਨ। ਅਗਲਾ ਪ੍ਰਸ਼ਨ, ਪਟਸਨ ਕਿਸ ਦੇਸ਼ ਦਾ ਮੂਲ ਨਿਵਾਸੀ ਪੌਦਾ ਹੈ? ਭਾਰਤ ਦਾ। ਪਟਸਨ ਦੀ ਫਸਲ ਲਈ ਕਿਹੋ ਜਿਹੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ? 24 ਡਿਗਰੀ ਸੈਲਸੀਅਸ ਤੋਂ 27 ਡਿਗਰੀ ਸੈਲਸੀਅਸ ਤੱਕ। ਅਗਲਾ ਪ੍ਰਸ਼ਨ, ਪਟਸਨ ਦੀ ਖੇਤੀ ਲਈ ਕਿਤਨੀ ਵਰਖਾ ਦੀ ਜ਼ਰੂਰਤ ਹੈ? ਉੱਤਰ ਹੈ 75 ਤੋਂ 100 ਸੈਂਟੀਮੀਟਰ ਸਾਲਾਨਾ ਵਰਖਾ। ਅਗਲਾ ਪ੍ਰਸ਼ਨ, ਪਟਸਨ ਦੀ ਖੇਤੀ ਲਈ ਕਿਹੋ ਜਿਹੀ ਮਿੱਟੀ ਦੀ ਜ਼ਰੂਰਤ ਪੈਂਦੀ ਹੈ? ਹੜ੍ਹਾਂ ਦੇ ਮੈਦਾਨਾਂ ਦੀ ਨਵੀਂ ਮਿੱਟੀ। ਭਾਰਤ ਦਾ ਸਭ ਤੋਂ ਵੱਡਾ ਪਟਸਨ ਉਤਪਾਦਕ ਰਾਜ ਕਿਹੜਾ ਹੈ ਜੀ? ਪੱਛਮੀ ਬੰਗਾਲ। ਅਗਲਾ ਪ੍ਰਸ਼ਨ, ਗੰਨੇ ਦੀ ਖੇਤੀ ਲਈ ਕਿਹੋ ਜਿਹੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ? 24 ਡਿਗਰੀ ਸੈਲਸੀਅਸ ਤੋਂ 27 ਡਿਗਰੀ ਸੈਲਸੀਅਸ ਤੱਕ। ਗੰਨੇ ਦੀ ਉਪਜ ਵੱਧ ਲਈ ਦੋ ਦੇਸ਼ਾਂ ਦੇ ਨਾਂ ਲਿਖੋ ਜੀ, ਕਿਊਬਾ ਅਤੇ ਜਾਵਾ। ਗੰਨੇ ਦੀ ਖੇਤੀ ਵਾਲੀ ਮਿੱਟੀ ਵਿੱਚ ਕਿਹੜੇ ਅੰਸ਼ ਹੋਣੇ ਚਾਹੀਦੇ ਨੇ? ਖਾਰ ਅਤੇ ਚੂਨੇ ਦੇ ਅੰਸ਼। ਅਗਲਾ ਪ੍ਰਸ਼ਨ, ਭਾਰਤ ਦਾ ਸਭ ਤੋਂ ਵੱਡਾ ਗੰਨਾ ਉਤਪਾਦਕ ਰਾਜ ਕਿਹੜਾ ਹੈ ਜੀ? ਉੱਤਰ ਪ੍ਰਦੇਸ਼। ਖੰਡ ਦੇ ਕਿਹੜੇ ਕਿਹੜੇ ਸਰੋਤ ਹਨ? ਦੋ ਮੁੱਖ ਸਰੋਤ ਨੇ, ਗੰਨਾ ਤੇ ਚੁਕੰਦਰ। ਅਗਲਾ ਪ੍ਰਸ਼ਨ, ਕਪੜਾ ਆਮ ਤੌਰ ਤੇ ਕਿਹੜੀਆਂ ਫਸਲਾਂ ਤੋਂ ਤਿਆਰ ਕੀਤਾ ਜਾਂਦਾ ਹੈ? ਉੱਤਰ ਹੈ ਜੀ ਰੇਸ਼ੇ ਵਾਲੀਆਂ ਫਸਲਾਂ ਤੋਂ। ਕਪਾਹ ਕਿੰਨੇ ਕਿਸਮ ਦੀ ਹੁੰਦੀ ਹੈ? ਉੱਤਰ 3 ਕਿਸਮ ਦੀ, ਲੰਬੇ ਰੇਸ਼ੇ, ਦਰਮਿਆਨੇ ਰੇਸ਼ੇ ਤੇ ਛੋਟੇ ਰੇਸ਼ੇ ਵਾਲੇ। ਭਾਰਤ ਦਾ ਸਭ ਤੋਂ ਵੱਡਾ ਕਪਾਹ ਉਤਪਾਦਕ ਰਾਜ ਕਿਹੜਾ ਹੈ? ਗੁਜਰਾਤ। ਰੇਸ਼ੇਦਾਰ ਫਸਲਾਂ ਦੇ ਨਾਮ ਦੱਸੋ? ਕਪਾਹ ਅਤੇ ਪਟਸਨ। ਅਗਲਾ ਪ੍ਰਸ਼ਨ, ਕਾਲੀ ਮਿੱਟੀ ਲਈ ਉਪਯੁਕਤ ਫਸਲਾਂ ਕਿਹੜੀਆਂ ਹਨ? ਕਪਾਹ ਅਤੇ ਗੰਨਾ। ਅਗਲਾ ਪ੍ਰਸ਼ਨ, ਕੋਈ 4 ਵਪਾਰਕ ਫਸਲਾਂ ਦੇ ਨਾਮ ਲਿਖੋ। ਕਪਾਹ ਅਤੇ ਗੰਨਾ, ਚਾਹ ਅਤੇ ਕੌਫੀ। ਵਿਟੀਕਲਚਰ ਕਿਸ ਨੂੰ ਆਖਦੇ ਹਨ? ਉੱਤਰ ਅੰਗੂਰਾਂ ਦੀ ਖੇਤੀ ਨੂੰ। ਅਗਲਾ ਪ੍ਰਸ਼ਨ, ਸੈਰੀਕਲਚਰ ਕਿਸ ਨੂੰ ਆਖਦੇ ਹਨ? ਰੇਸ਼ੇ ਦੇ ਕੀੜੇ ਪਾਲਣ ਨੂੰ। ਅਗਲਾ ਪ੍ਰਸ਼ਨ, ਹੇਠ ਲਿਖੇ ਦੇਸ਼ਾਂ ਦੀ ਖੇਤੀਬਾੜੀ ਦਾ ਕੁੱਲ ਘਰੇਲੂ ਉਤਪਾਦ ਕਿੰਨਾ ਹੈ? ਭਾਰਤ ਦਾ 17% ਹੈ, ਚੀਨ ਦਾ 10% ਹੈ ਤੇ ਅਮਰੀਕਾ ਦਾ 1.5% ਹੈ। ਅਗਲਾ ਪ੍ਰਸ਼ਨ, ਹੇਠ ਲਿਖੇ ਖੇਤਰਾਂ ਵਿੱਚ ਕੀ ਪੈਦਾ ਹੁੰਦੀ ਹੈ ਜਾਂ ਕਿਹੜੀ ਫਸਲਾਂ ਪੈਦਾ ਹੁੰਦੀਆਂ ਨੇ? ਉਸ਼ਨਖੰਡੀ ਘਾਹ ਦੇ ਮੈਦਾਨਾਂ ਵਿੱਚ ਬੇਟਾ ਦਾਲ ਦੇ ਅਨਾਜ ਹੁੰਦੇ ਹਨ। ਡੈਲਟਾਈ ਖੇਤਰਾਂ ਵਿੱਚ ਚੌਲ। ਸ਼ੀਤੋਸ਼ਣ ਘਾਹ ਦੇ ਮੈਦਾਨਾਂ ਵਿੱਚ ਫਲ, ਸਬਜ਼ੀਆਂ, ਕਣਕ ਤੇ ਮੱਕੀ। ਅਗਲਾ ਪ੍ਰਸ਼ਨ, ਭਾਰਤ ਵਿੱਚ ਖੇਤੀ ਕਰਨ ਦੇ ਕਿੰਨੇ ਮੌਸਮ ਨੇ? ਮੁੱਖ ਤੌਰ ਤੇ ਮੌਸਮ 3 ਨੇ, ਸਾਉਣੀ ਜਾਂ ਖਰੀਫ ਕਹਿੰਦੇ ਆ, ਹਾੜੀ ਜਾਂ ਰਾਵੀ, ਤੀਸਰਾ ਜੈਦ।
ਜ਼ੈਦ ਨੂੰ ਫਿਰ ਦੋ ਭਾਗਾਂ ਵਿੱਚ ਵੰਡਦਾ ਹੈ, ਜ਼ੈਦ ਸੌਣੀ ਤੇ ਜ਼ੈਦ ਰਾਵੀ। ਸੰਸਾਰ ਵਿੱਚ ਕਿਹੜੀਆਂ ਧਾਰਾਵਾਂ ਖੇਤੀ ਦੀ ਪੈਦਾਵਾਰ ਤੇ ਅਸਰ ਪਾਉਂਦੀਆਂ ਹਨ? ਐਲ ਨੀਨੋ। ਜਦੋਂ ਅਲ ਨੀਨੋ ਵਗਦੀ ਹੈ ਬੇਟਾ ਜੀ ਤੇ ਵਰਖਾ ਘੱਟ ਹੁੰਦੀ ਹੈ ਤੇ ਪੈਦਾਵਾਰ ਵੀ ਭਾਰਤ ਵਿੱਚ ਘੱਟ ਹੁੰਦੀ ਹੈ। ਜੇ ਲਾ ਨੀਨਾ ਵਗਦੀ ਹੈ ਤਾਂ ਚੰਗੀ ਵਰਖਾ ਹੁੰਦੀ ਹੈ ਤੇ ਪੈਦਾਵਾਰ ਵੀ ਜ਼ਿਆਦਾ ਹੁੰਦੀ ਹੈ। ਅਗਲਾ ਪ੍ਰਸ਼ਨ, ਮਨੁੱਖ ਦਾ ਸਭ ਤੋਂ ਪੁਰਾਣਾ ਧੰਦਾ ਕਿਹੜਾ ਹੈ? ਸੰਗ੍ਰਹਿਣ, ਗੈਦਰਿੰਗ। ਅਗਲਾ ਪ੍ਰਸ਼ਨ, ਚਿੱਟੀ ਕ੍ਰਾਂਤੀ ਕਿਸ ਨਾਲ ਸੰਬੰਧਿਤ ਹੈ? ਦੁੱਧ ਨਾਲ। ਅਗਲਾ ਪ੍ਰਸ਼ਨ, ਸੰਸਾਰ ਵਿੱਚ ਸਭ ਤੋਂ ਵੱਧ ਗੰਨਾ ਕਿੱਥੇ ਹੁੰਦਾ ਹੈ? ਬ੍ਰਾਜ਼ੀਲ। ਖਰੀਫ ਸਾਉਣੀ ਦੀ ਕਾਲ ਅਵਧੀ ਕੀ ਹੈ? ਮਈ ਤੋਂ ਅਕਤੂਬਰ ਹੈ। ਫਸਲਾਂ ਕਿਹੜੀਆਂ ਨੇ? ਚੌਲ, ਕਪਾਹ, ਪਟਸਨ ਤੇ ਮੱਕੀ। ਬੇਟਾ ਜੀ ਰਾਵੀ ਤੇ ਹਾੜੀ ਦੀ ਵੀ ਲਿਖਤੀ ਹੈ ਮੈਂ। ਅਕਤੂਬਰ ਤੋਂ ਅਪ੍ਰੈਲ ਫਸਲਾਂ ਕਣਕ ਤੇ ਛੋਲੇ। ਅਗਲਾ ਪ੍ਰਸ਼ਨ, ਡੈਨਮਾਰਕ ਕਿਹੜੀ ਖੇਤੀ ਲਈ ਪ੍ਰਸਿੱਧ ਹੈ? ਉੱਤਰ ਹੈ ਪਸ਼ੂ ਪਾਲਣ। ਅਗਲਾ ਪ੍ਰਸ਼ਨ, ਗਹਿਨ ਨਿਰਵਾਹ ਖੇਤੀ ਦੀ ਮੁੱਖ ਫਸਲ ਕਿਹੜੀ ਹੈ? ਉੱਤਰ ਹੈ ਚੌਲ, ਰਾਈਸ। ਬਾਗਾਤੀ ਖੇਤੀ ਤੋਂ ਕੀ ਭਾਵ ਹੈ? ਉਹ ਖੇਤੀ ਜੋ ਬੜੇ ਖੇਤਾਂ ਤੇ ਇੱਕ ਵਪਾਰਿਕ ਫਸਲ ਦੀ ਖੇਤੀ ਜਿਵੇਂ ਕਿ ਰਬੜ, ਕਾਵਾ, ਚਾਹ, ਗੰਨਾ ਆਦਿ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ, ਆਰਥਿਕ ਭੂਗੋਲ ਪ੍ਰਿਥਵੀ ਦੇ ਤਲ ਤੇ ਆਰਥਿਕ ਕਿਰਿਆਵਾਂ ਦੀ ਖੇਤਰੀ ਵਿਭਿੰਨਤਾਵਾਂ ਦਾ ਅਧਿਐਨ ਹੈ। ਇਹ ਕਿਸ ਭੂਗੋਲਵੇਤਾ ਦਾ ਕਥਨ ਹੈ? ਉੱਤਰ ਹੈ ਜਾਨ ਅਲੈਗਜ਼ੈਂਡਰ। ਅਗਲਾ ਪ੍ਰਸ਼ਨ, ਪੰਜਾਬ ਦੀ ਖੇਤੀ ਕਿੰਨੇ ਪ੍ਰਤੀਸ਼ਤ ਸਿੰਚਾਈ ਅਧੀਨ ਹੈ? 80%। ਸਥਾਨਾਂਤਰਿਤ ਖੇਤੀ ਕੀ ਹੁੰਦੀ ਹੈ? ਵਣਾਂ ਨੂੰ ਕੱਟ ਕੇ ਜਾਂ ਜਲਾ ਕੇ ਖੇਤੀ ਲਈ ਪ੍ਰਯੋਗ ਕਰਨਾ ਸਥਾਨਾਂਤਰਿਤ ਖੇਤੀ ਕਹਿਲਾਉਂਦੀ ਹੈ। ਇਸ ਦੇ ਹੋਰ ਨਾਮ ਵੀ ਹਨ, ਫਿਰਤੂ ਖੇਤੀ, ਬੁਸ਼ ਖੇਤੀ ਜਾਂ ਝੂਮੀ ਖੇਤੀ। ਭਾਰਤ ਦੇ ਕਿਹੜੇ ਰਾਜਾਂ ਵਿੱਚ ਝੂਮੀ ਖੇਤੀ ਕੀਤੀ ਜਾਂਦੀ ਹੈ? ਉੱਤਰ ਹੈ ਮੇਘਾਲਿਆ, ਮਣੀਪੁਰ, ਤ੍ਰਿਪੁਰਾ, ਨਾਗਾਲੈਂਡ ਅਤੇ ਮਿਜ਼ੋਰਮ। ਆਹ ਪੂਰਬੀ ਰਾਜ ਨੇ, ਆਸਾਮ ਹੈ, ਆਹ ਬੰਗਲਾਦੇਸ਼ ਹੈ, ਭਾਰਤ ਦੇ ਪੂਰਬੀ ਰਾਜ। ਆਹ ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ। ਇੱਕ ਟ੍ਰਿਕ ਵੀ ਮੈਂ ਤੁਹਾਨੂੰ ਦੱਸੀ ਸੀ ਪਹਿਲਾਂ, ਸੀਮਾ ਆਪ ਨਾਗ ਮਣੀ ਮਿੱਤਰ। ਆਪ ਤੋਂ ਆਂਧਰਾ ਪ੍ਰਦੇਸ਼, ਨਾਗ ਤੋਂ ਨਾਗਾਲੈਂਡ, ਮਣੀ ਤੋਂ ਮਣੀਪੁਰ, ਮੀ ਤੋਂ ਮਿਜ਼ੋਰਮ, ਤ੍ਰ ਤੋਂ ਤ੍ਰਿਪੁਰਾ। ਅਗਲਾ ਪ੍ਰਸ਼ਨ, ਟਰੱਕ ਖੇਤੀ ਕਿਸ ਨੂੰ ਕਹਿੰਦੇ ਹਨ? ਉੱਤਰ ਵਪਾਰ ਦੇ ਉਦੇਸ਼ ਨਾਲ ਸਬਜ਼ੀਆਂ ਦੀ ਖੇਤੀ ਨੂੰ ਟਰੱਕ ਖੇਤੀ ਕਹਿੰਦੇ ਹਨ। ਇਹ ਬਾਗਬਾਨੀ ਖੇਤੀ ਦੀ ਕਿਸਮ ਹੈ। ਅਗਲਾ ਪ੍ਰਸ਼ਨ, ਘਾਹ ਦੇ ਮੈਦਾਨਾਂ ਵਿੱਚ ਰਵਾਇਤੀ ਤੌਰ ਤੇ ਕੀਤੇ ਜਾਂਦੇ ਪਸ਼ੂ ਪਾਲਣ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਪੈਸਚਰਲਿਜ਼ਮ। ਅਗਲਾ ਪ੍ਰਸ਼ਨ, ਉਹ ਵਾਹੀਯੋਗ ਭੂਮੀ ਜੋ ਕਿਸਾਨਾਂ ਦੁਆਰਾ 1 ਸਾਲ ਜਾਂ ਉਸ ਤੋਂ ਘੱਟ ਸਮੇਂ ਲਈ ਛੱਡੀ ਗਈ ਹੋਵੇ। ਉੱਤਰ ਹੈ ਵਰਤਮਾਨ ਭਰਤੀ ਭੂਮੀ। ਖਾਲੀ ਥਾਂ, ਗੰਨਾ ਡੈਸ਼ ਦੀ ਇੱਕ ਕਿਸਮ ਹੈ ਜਦਕਿ ਚਾਵਲ ਡੈਸ਼ ਦੀ ਪ੍ਰਜਾਤੀ ਹੈ। ਬੱਚੋ ਗੰਨਾ ਬਾਂਸ ਤੇ ਚਾਵਲ ਘਾਹ ਪ੍ਰਜਾਤੀ ਦੀ ਕਿਸਮ ਹੈ। ਅਗਲਾ ਪ੍ਰਸ਼ਨ, ਕਰਨਾਟਕ ਦੇ ਸਭ ਤੋਂ ਪ੍ਰਸਿੱਧ ਕੌਫੀ ਉਤਪਾਦਕ ਖੇਤਰ ਦਾ ਨਾਮ ਦੱਸੋ ਜੀ। ਚਿਕਮੰਗਲੂਰ। ਇਹ ਮਿਲਾਨ ਹੈ ਜੀ। ਸੇਬ ਅਤੇ ਆੜੂ, ਕਣਕ, ਮੱਕੀ, ਪਟਸਨ ਤੇ ਗੰਨਾ ਦੂਜੇ ਪਾਸੇ ਨਕਦੀ ਫਸਲਾਂ, ਬਾਗਬਾਨੀ ਫਸਲਾਂ, ਖੁਰਾਕੀ ਫਸਲਾਂ। ਸੇਬ ਅਤੇ ਆੜੂ ਬਾਗਬਾਨੀ ਫਸਲਾਂ ਨੇ, ਕਣਕ ਤੇ ਮੱਕੀ ਖੁਰਾਕੀ ਫਸਲਾਂ ਨੇ, ਪਟਸਨ ਤੇ ਗੰਨਾ ਨਕਦੀ ਫਸਲਾਂ ਨੇ। ਮੋਟੇ ਅਨਾਜਾਂ ਦੇ ਨਾਮ ਲਿਖੋ। ਜਵਾਰ, ਬਾਜਰਾ, ਮੱਕੀ ਆਦਿ। ਭਾਰਤ ਦਾ ਕੁੱਲ ਭੂਗੋਲਿਕ ਖੇਤਰਫਲ ਕਿੰਨਾ ਹੈ? 328.73 ਮਿਲੀਅਨ। ਅਗਲਾ ਪ੍ਰਸ਼ਨ, ਭਾਰਤ ਵਿੱਚ ਉਗਾਈ ਜਾਣ ਵਾਲੀਆਂ ਫਸਲਾਂ ਕਿਹੜੀਆਂ ਹਨ? 4 ਫਸਲਾਂ ਨੇ, ਖੁਰਾਕੀ ਫਸਲਾਂ, ਨਕਦੀ ਫਸਲਾਂ, ਰੋਪਣ ਫਸਲਾਂ, ਬਾਗਬਾਨੀ ਫਸਲਾਂ। ਖੁਰਾਕੀ ਫਸਲਾਂ ਕਿਹੜੀਆਂ ਨੇ? ਕਣਕ, ਚੌਲ, ਮੱਕੀ, ਮੋਟੇ ਅਨਾਜ। ਨਕਦੀ ਫਸਲਾਂ ਕਿਹੜੀਆਂ ਨੇ? ਗੰਨਾ, ਪਟਸਨ, ਕਪਾਹ। ਰੋਪਣ ਫਸਲਾਂ ਚਾਹ, ਕੌਫੀ, ਰਬੜ। ਬਾਗਬਾਨੀ ਫਸਲਾਂ ਫਲ ਆਉਂਦੇ ਨੇ, ਸਬਜ਼ੀਆਂ ਵੀ ਆਉਂਦੀਆਂ ਨੇ, ਸੇਬ, ਆੜੂ, ਨਾਸ਼ਪਤੀ ਆਦਿ। ਅਗਲਾ ਪ੍ਰਸ਼ਨ, ਮਿਸ਼ਰਿਤ ਖੇਤੀ ਤੋਂ ਕੀ ਭਾਵ ਹੈ? ਉੱਤਰ, ਜਦੋਂ ਫਸਲਾਂ ਦੀ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਆਦਿ ਸਹਾਇਕ ਧੰਦੇ ਵੀ ਅਪਣਾਏ ਜਾਂਦੇ ਹਨ ਉਸ ਨੂੰ ਆਪਾਂ ਮਿਸ਼ਰਿਤ ਖੇਤੀ ਕਹਿੰਦੇ ਹਨ। ਅਗਲਾ ਪ੍ਰਸ਼ਨ, ਵਪਾਰਕ ਖੇਤੀ ਤੋਂ ਕੀ ਭਾਵ ਹੈ? ਜਦੋਂ ਖੇਤੀ ਵਪਾਰ ਦੇ ਉਦੇਸ਼ ਨਾਲ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਵਪਾਰਿਕ ਖੇਤੀ ਕਹਿੰਦੇ ਹਾਂ। ਕਿਹੜੀਆਂ ਵਪਾਰਿਕ ਫਸਲਾਂ ਨੇ? ਗੰਨਾ ਤੇ ਕਪਾਹ। ਸੰਘਣੀ ਖੇਤੀ ਤੋਂ ਕੀ ਭਾਵ ਹੈ? ਥੋੜੀ ਭੂਮੀ ਤੋਂ ਵੱਧ ਉਪਜ ਪ੍ਰਾਪਤ ਕਰਨ ਦੀ ਢੰਗ ਨੂੰ ਸੰਘਣੀ ਖੇਤੀ ਕਹਿੰਦੇ ਹਨ, ਜਿਵੇਂ ਕਿ ਪੰਜਾਬ ਦੇ ਵਿੱਚ। ਅਗਲਾ ਪ੍ਰਸ਼ਨ, ਵਿਸਤ੍ਰਿਤ ਖੇਤੀ ਤੋਂ ਕੀ ਭਾਵ ਹੈ? ਘੱਟ ਵਸੋਂ ਵਾਲੇ ਪ੍ਰਦੇਸ਼ਾਂ ਵਿੱਚ ਖੇਤੀਯੋਗ ਭੂਮੀ ਵਧੇਰੇ ਹੋਣ ਦੇ ਕਾਰਨ ਵੱਡੇ ਫਾਰਮਾਂ ਦੇ ਤੇ ਹੋਣ ਵਾਲੀ ਖੇਤੀ ਨੂੰ ਵਿਸਤ੍ਰਿਤ ਖੇਤੀ ਆਖਦੇ ਹਨ, ਜਿਵੇਂ ਕਿ ਅਮਰੀਕਾ। ਨਿਰਵਾਹ ਖੇਤੀ ਕੀ ਹੈ? ਜਦੋਂ ਕਿਸਾਨ ਆਪਣੀ ਲੋੜਾਂ ਨੂੰ ਹੀ ਪੂਰਾ ਕਰਨ ਲਈ ਫਸਲਾਂ ਦੀ ਪੈਦਾਵਾਰ ਕਰਦਾ ਹੈ ਉਸ ਖੇਤੀ ਨੂੰ ਨਿਰਵਾਹ ਖੇਤੀ ਕਹਿੰਦੇ ਹਨ। ਅਗਲਾ ਪ੍ਰਸ਼ਨ, ਸੰਸਾਰ ਵਿੱਚ ਜੰਗਲਾਂ ਹੇਠ ਭੂਮੀ ਕਿੰਨੀ ਹੋਣੀ ਚਾਹੀਦੀ ਹੈ? ਬੱਚੋ ਸੰਸਾਰ ਵਿੱਚ ਤਾਂ 33% ਹੋਣੀ ਚਾਹੀਦੀ, ਘੱਟ ਤੋਂ ਘੱਟ। ਭਾਰਤ ਵਿੱਚ ਸਿਰਫ 22% ਭੂਮੀ ਤੇ ਜੰਗਲ ਹਨ ਔਰ ਪੰਜਾਬ ਦੀ 5.78% ਭੂਮੀ ਤੇ ਹੀ ਜੰਗਲ ਹਨ।
NFP ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਫੋਰੈਸਟ ਪਾਲਿਸੀ 1952। ਅਗਲਾ ਪ੍ਰਸ਼ਨ, ਭਾਰਤ ਵਿੱਚ ਭੂਮੀ ਸੰਬੰਧੀ ਜਾਣਕਾਰੀ ਦਿਓ। ਉੱਤਰ, ਬੰਜਰ ਤੇ ਨਾ ਵਾਹੀ ਯੋਗ ਭੂਮੀ 12% ਹੈ। ਭਰਤੀ ਭੂਮੀ ਤੋਂ ਇਲਾਵਾ ਨਾ ਵਾਹੀ ਯੋਗ ਭੂਮੀ ਵੀ 12% ਹੈ। ਭਾਰਤ ਦੀ ਜੰਗਲਾਂ ਹੇਠ ਭੂਮੀ ਜਿਹੜੀ ਹੈ ਉਹ 22% ਹੈ। ਭਰਤੀ ਭੂਮੀ ਸਨਵੀ ਜ਼ਮੀਨ ਜਾਂ ਫੋਲੋ ਲੈਂਡ ਜਿਹਨੂੰ ਆਪਾਂ ਕਹਿੰਦੇ ਹਾਂ, ਨਵੀਂ ਜਿਹੜੀ ਹੈ ਉਹ 4% ਹੈ। ਪੁਰਾਣੀ ਜਿਹੜੀ ਸਨਵੀ ਜ਼ਮੀਨ ਹੈ ਉਹ 3% ਹੈ। ਕੁੱਲ ਬਿਜਾਈ ਹੇਠ ਰਕਬਾ ਜਿਹੜਾ ਉਹ 47% ਹੈ। ਬੱਚੋ ਅੱਗੇ ਇੱਕ ਮੈਂ ਛੋਟਾ ਜਿਹਾ ਟੇਬਲ ਬਣਾਇਆ ਹੈ ਤਾਂ ਕਿ ਸਾਰੀਆਂ ਹੀ ਫਸਲਾਂ ਸੰਸਾਰ ਵਿੱਚ ਉਹਨਾਂ ਦਾ ਕਿਹੜੇ ਦੇਸ਼ ਸਭ ਤੋਂ ਮੋਹਰੀ ਨੇ, ਭਾਰਤ ਦਾ ਕਿੰਨਵਾਂ ਸਥਾਨ ਹੈ ਤੇ ਭਾਰਤ ਦੇ ਕਿਹੜੇ ਰਾਜ ਵਿੱਚ ਉਹ ਫਸਲ ਜ਼ਿਆਦਾ ਹੁੰਦੀ, ਮੈਂ ਇਕੱਠਾ ਹੀ ਬਣਾਤਾ ਹੈ ਤਾਂ ਕਿ ਯਾਦ ਹੋ ਜਾਵੇ। ਜਿਵੇਂ ਪਟਸਨ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਭਾਰਤ ਵਿੱਚ ਹੁੰਦੀ ਹੈ, ਭਾਰਤ ਪਹਿਲੇ ਨੰਬਰ 'ਤੇ ਹੈ, ਤੇ ਕਿਹੜੇ ਰਾਜ ਵਿੱਚ ਹੁੰਦੀ ਹੈ? ਭਾਰਤ ਦੇ ਪੱਛਮੀ ਬੰਗਾਲ। ਚੌਲ ਚੀਨ ਪਹਿਲੇ ਨੰਬਰ 'ਤੇ ਹੈ, ਸੈਕਿੰਡ ਨੰਬਰ 'ਤੇ ਭਾਰਤ ਹੈ ਪੱਛਮੀ ਬੰਗਾਲ ਵਿੱਚ। ਚਾਹ ਚੀਨ ਵਿੱਚ ਹੁੰਦੀ ਹੈ, ਭਾਰਤ ਦੂਜੇ ਨੰਬਰ 'ਤੇ ਹੈ, ਰਾਜ ਹੈ ਅਸਾਮ। ਕਪਾਹ ਦੀ ਗੱਲ ਕਰੀਏ, ਭਾਰਤ ਪਹਿਲੇ ਨੰਬਰ 'ਤੇ ਹੈ ਜੀ, ਰਾਜ ਹੈ ਗੁਜਰਾਤ। ਗੰਨੇ ਦੀ ਗੱਲ ਕਰਦੇ ਹਾਂ ਬੇਟਾ, ਤੇ ਬ੍ਰਾਜ਼ੀਲ ਸਭ ਤੋਂ ਪਹਿਲੇ ਹੈ, ਭਾਰਤ ਦੂਜੇ ਨੰਬਰ 'ਤੇ ਹੈ ਔਰ ਰਾਜ ਹੈ ਉੱਤਰ ਪ੍ਰਦੇਸ਼। ਜੇ ਕਣਕ ਦੀ ਗੱਲ ਕਰੀਏ, ਚੀਨ ਪਹਿਲੇ ਨੰਬਰ 'ਤੇ ਹੈ, ਭਾਰਤ ਦੂਜੇ ਨੰਬਰ 'ਤੇ ਹੈ ਔਰ ਪ੍ਰਦੇਸ਼ ਹੈ ਉੱਤਰ ਪ੍ਰਦੇਸ਼। ਕੌਫੀ ਦੀ ਗੱਲ ਕਰੀਏ ਤੇ ਬ੍ਰਾਜ਼ੀਲ ਪਹਿਲੇ ਨੰਬਰ 'ਤੇ ਹੈ, ਭਾਰਤ 6ਵੇਂ 'ਤੇ ਜਾਂ 7ਵੇਂ ਨੰਬਰ 'ਤੇ, ਤੇ ਰਾਜ ਹੈ ਕਰਨਾਟਕ। ਤਾਂ ਬੱਚੇ ਇਹਨਾਂ 6 ਰਾਜਾਂ ਨੂੰ ਮੈਂ ਭਾਰਤ ਦੇ ਨਕਸ਼ੇ 'ਤੇ ਵੀ ਬਣਾਇਆ ਹੋਇਆ। ਆਹ ਦੇਖੋ ਜੀ, ਉੱਤਰ ਪ੍ਰਦੇਸ਼, ਆਹ ਸਾਡਾ ਉੱਤਰ ਪ੍ਰਦੇਸ਼ ਹੈ। ਕਣਕ ਤੇ ਗੰਨੇ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਹੈ। ਆਹ ਪੱਛਮੀ ਬੰਗਾਲ ਬਣਾਇਆ ਹੈ ਬੇਟਾ ਜੀ, ਜਿਹਦੇ ਵਿੱਚ ਪਟਸਨ ਤੇ ਚਾਵਲ ਦੀ ਪੈਦਾਵਾਰ ਭਾਰਤ ਦੀ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹ ਅਸਾਮ ਬਣਾਇਆ ਹੈ, ਜਿੱਥੇ ਕਿ ਚਾਹ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ। ਇਹ ਕਰਨਾਟਕ KAR, ਜਿੱਥੇ ਕੌਫੀ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ। ਔਰ ਇਹ ਗੁਜਰਾਤ ਹੈ, ਜਿੱਥੇ ਕਪਾਹ ਦੀ ਪੈਦਾਵਾਰ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਇਸ ਮੈਪ ਨੂੰ ਧਿਆਨ ਨਾਲ ਆਪਣੀ ਕਾਪੀਆਂ ਜ਼ਰੂਰ ਬਣਾਓ। ਅਗਲਾ ਪ੍ਰਸ਼ਨ ਹੈ, ਕਿਹੜੀ ਮਿੱਟੀ ਵਿੱਚ ਕਿਹੜੀ ਫਸਲ ਹੁੰਦੀ ਹੈ? ਜੇ ਬੇਟਾ ਕਾਲੀ ਮਿੱਟੀ ਹੋਏਗੀ ਤੇ ਕਪਾਹ ਤੇ ਗੰਨਾ ਜ਼ਿਆਦਾ ਹੋਏਗਾ ਉਹਨਾਂ ਵਿੱਚ। ਜਲੋੜੀ ਮਿੱਟੀ ਹੋਏਗੀ ਤੇ ਕਣਕ ਤੇ ਚੌਲ, ਦਾਲਾਂ ਆਦਿ। ਅਗਲਾ ਪ੍ਰਸ਼ਨ, ਵਿਕਾਸਸ਼ੀਲ ਦੇਸ਼ਾਂ ਦੀ ਬਹੁਤੀ ਵਸੋਂ ਕਿਸ ਖੇਤਰ ਵਿੱਚ ਰੁੱਝੀ ਹੋਈ ਹੈ? ਤੀਸਰੇ ਪੱਧਰ ਦੇ ਵਿੱਚ। ਖਾਲੀ ਥਾਂ ਹੈ। ਆਰਥਿਕ ਭੂਗੋਲ ਡੈਸ਼ ਦੀ ਮਹੱਤਵਪੂਰਨ ਸ਼ਾਖਾ ਹੈ। ਮਾਨਵ ਭੂਗੋਲ ਇੱਦਾਂ ਵੀ ਦੱਸਦਾ ਹੈ, ਡੈਸ਼ ਮਾਨਵ ਭੂਗੋਲ ਦੀ ਮੁੱਖ ਮਹੱਤਵਪੂਰਨ ਸ਼ਾਖਾ ਹੈ ਆਰਥਿਕ ਭੂਗੋਲ। ਅਗਲਾ ਪ੍ਰਸ਼ਨ, ਕਣਕ ਕਿਹੜੇ ਅਕਸ਼ਾਂਸ਼ਾਂ ਦਾ ਪੌਦਾ ਹੈ? ਉੱਤਰ, ਮੱਧ ਅਕਸ਼ਾਂਸ਼ਾਂ ਦਾ। ਅਗਲਾ ਪ੍ਰਸ਼ਨ, ਪੂਰਬੀ ਰਾਜਾਂ ਵਿੱਚ ਕਿਹੜੀ ਫਸਲ ਹੁੰਦੀ ਹੈ? ਉੱਤਰ ਹੈ ਚਾਹ ਤੇ ਚੌਲ। ਅਗਲਾ ਪ੍ਰਸ਼ਨ, ਭਾਰਤ ਵਿੱਚ ਖੁਰਾਕੀ ਫਸਲਾਂ ਕਿੰਨੇ ਰਕਬੇ ਵਿੱਚ ਉਗਾਈਆਂ ਜਾਂਦੀਆਂ ਹਨ? ਭਾਰਤ ਦੇ 3/4 ਜਾਂ 75% ਇਲਾਕੇ ਵਿੱਚ ਜਾਂ ਖੇਤਰਾਂ ਵਿੱਚ। ਅਗਲਾ ਪ੍ਰਸ਼ਨ, ਭਾਰਤ ਦੇ ਪਿੰਡਾਂ ਦਾ ਭੂਮੀ ਦੀ ਵਰਤੋਂ ਦਾ ਰਿਕਾਰਡ ਕਿਸ ਕੋਲ ਹੁੰਦਾ ਹੈ? ਰਾਜਸਭ ਜਾਂ ਮਾਲ ਗੁਜ਼ਾਰੀ ਵਿਭਾਗ। ਅਗਲਾ ਪ੍ਰਸ਼ਨ, ਭਾਰਤ ਵਿੱਚ ਖਾਨਾਬਦੋਸ਼ ਲੋਕ ਕਿੱਥੇ ਰਹਿੰਦੇ ਹਨ? ਉੱਤਰ, ਥਾਰ ਰੇਗਿਸਤਾਨ, ਦੱਖਣ ਦਾ ਪਠਾਰ, ਹਿਮਾਲਿਆ ਦੇ ਪਰਬਤੀ ਇਲਾਕੇ। ਅਗਲਾ ਪ੍ਰਸ਼ਨ, ਭਾਰਤ ਦੇ ਕਿੰਨੇ ਪ੍ਰਤੀਸ਼ਤ ਕਿਸਾਨ ਕਰਜ਼ੇ ਹੇਠ ਦੱਬੇ ਹਨ? ਉੱਤਰ ਹੈ 85%। ਭਾਰਤ ਅਤੇ ਦੱਖਣੀ ਏਸ਼ੀਆਈ ਲੋਕਾਂ ਦੀ ਮੁੱਖ ਖੁਰਾਕੀ ਫਸਲ ਕਿਹੜੀ ਹੈ? ਉੱਤਰ ਹੈ ਚੌਲ। ਪਿਆਰੇ ਵਿਦਿਆਰਥੀਓ, ਉਮੀਦ ਕਰਦਾ ਹਾਂ ਚੌਥੇ ਪਾਠ ਦੇ ਵੈਰੀ ਸ਼ਾਰਟ ਕੁਐਸਚਨ ਆਨਸਰ ਜਿਹੜੇ ਮੈਂ ਤੁਹਾਨੂੰ ਲਗਭਗ ਸਾਰੇ ਹੀ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਪ੍ਰਸ਼ਨਾਂ ਨੂੰ ਯਾਦ ਕਰੋ। ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਥੈਂਕ ਯੂ ਬੇਟਾ ਜੀ।